ਹੈਲੋ, ਸਤਿ ਸ਼੍ਰੀ ਅਕਾਲ ਜੀ। ਸਵਾਗਤ ਹੈ ਜੀ ਤੁਹਾਡਾ ਆਪਣੇ ਚੈਨਲ 'ਤੇ। ਅੱਜ ਆਪਾਂ ਪੋਲਿਟੀ ਦਾ ਪਾਰਟ 12 ਲੈ ਕੇ ਹਾਜ਼ਰ ਹੋਏ ਹਾਂ। ਇਸ ਪਾਰਟ ਦੇ ਵਿੱਚ ਆਪਾਂ ਪਾਰਲੀਮੈਂਟ ਬਾਰੇ ਡਿਸਕਸ ਕਰਾਂਗੇ। ਪਾਰਲੀਮੈਂਟ 'ਚੋਂ ਆਉਣ ਵਾਲੇ ਜਿੰਨੇ ਵੀ ਕੁਐਸਚਨ ਜਿਹੜੇ ਤੁਹਾਡੇ ਪੇਪਰਾਂ ਦੇ ਨਾਲ ਰਿਲੇਟਡ ਨੇ ਉਹ ਆਪਾਂ ਇਸ ਵੀਡੀਓ ਦੇ ਵਿੱਚ ਕਵਰ ਕਰਾਂਗੇ। ਤਾਂ ਵੀਡੀਓ ਨੂੰ ਲਾਸਟ ਤੱਕ ਦੇਖਿਓ, ਇੱਕ ਵੀ ਕੁਐਸਚਨ ਇੱਕ ਵੀ ਫੈਕਟ ਤੁਹਾਡੇ ਮਿਸ ਕਰਨ ਵਾਲਾ ਨਹੀਂ ਹੈ। ਇਸ ਤੋਂ ਪਹਿਲਾਂ ਆਪਣੇ 11 ਪਾਰਟ ਹੈ ਜਿਹੜੇ ਉਹ ਆਲਰੇਡੀ ਅਪਲੋਡ ਹੋ ਚੁੱਕੇ ਨੇ, ਜਿਹੜੇ ਕਿ ਟੌਪਿਕ ਵਾਈਜ਼ ਨੇ, ਜਿਨ੍ਹਾਂ ਦੇ ਵਿੱਚ ਆਪਾਂ ਸਿਟੀਜ਼ਨਸ਼ਿਪ ਤੋਂ ਲੈ ਕੇ ਫੰਡਾਮੈਂਟਲ ਰਾਈਟਸ, ਫੰਡਾਮੈਂਟਲ ਡਿਊਟੀਜ਼, ਪ੍ਰੈਜ਼ੀਡੈਂਟ, ਵਾਈਸ ਪ੍ਰੈਜ਼ੀਡੈਂਟ, ਪ੍ਰਾਈਮ ਮਿਨਿਸਟਰ, ਜਿੰਨੇ ਵੀ ਤੁਹਾਡੇ ਪੇਪਰਾਂ ਦੇ ਨਾਲ ਰਿਲੇਟਡ ਇੰਪੋਰਟੈਂਟ ਟੌਪਿਕ ਨੇ ਉਹ ਆਪਾਂ ਡਿਟੇਲ ਵਾਈਜ਼ ਕਵਰ ਕੀਤੇ ਨੇ। ਜੇਕਰ ਉਹ ਵੀਡੀਓਜ਼ ਤੁਸੀਂ ਦੇਖਣਾ ਚਾਹੁੰਦੇ ਹੋ ਤਾਂ ਮੈਂ ਉਹਨਾਂ ਦਾ ਲਿੰਕ ਇਸ ਵੀਡੀਓ ਦੇ ਡਿਸਕ੍ਰਿਪਸ਼ਨ ਦੇ ਵਿੱਚ ਪਾ ਦੇਣਾ, ਤੁਸੀਂ ਜਾ ਕੇ ਦੇਖ ਲੈਣਾ। ਅਦਰਵਾਈਜ਼ ਤੁਸੀਂ ਆਪਣੇ ਚੈਨਲ 'ਤੇ ਵਿਜ਼ਿਟ ਕਰੋ, ਉੱਥੇ ਪਲੇਲਿਸਟ ਬਣੀਆਂ ਹੋਈਆਂ ਨੇ। ਪੰਜਾਬ ਜੀਕੇ, ਮਾਡਰਨ ਹਿਸਟਰੀ ਅਤੇ ਪੋਲਿਟੀ ਸੀਰੀਜ਼ ਵਾਈਜ਼ ਵੀਡੀਓ ਲੱਗੀਆਂ ਹੋਈਆਂ, ਤਾਂ ਜਾ ਕੇ ਦੇਖ ਸਕਦੇ ਹੋ। ਜੇਕਰ ਤੁਸੀਂ ਇਹ ਚਾਹੁੰਦੇ ਹੋ ਕਿ ਮੇਰੀਆਂ ਵੀਡੀਓਜ਼ ਤੁਹਾਡੇ ਤੱਕ ਪਹੁੰਚਦੇ ਰਹਿਣ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ, ਬੈਲ ਆਈਕਨ 'ਤੇ ਪ੍ਰੈਸ ਕਰ ਲਿਓ ਤਾਂ ਕਿ ਆਉਣ ਵਾਲੀਆਂ ਸਾਰੀਆਂ ਵੀਡੀਓਜ਼ ਦੇ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚਦੇ ਰਹਿਣ ਅਤੇ ਤੁਹਾਡੀ ਤਿਆਰੀ ਵਧੀਆ ਤਰੀਕੇ ਨਾਲ ਚੱਲਦੀ ਰਹੇ। ਅੱਜ ਦਾ ਜਿਹੜਾ ਆਪਣਾ ਟੌਪਿਕ ਹੈ ਪਾਰਲੀਮੈਂਟ, ਬਹੁਤ ਇੰਪੋਰਟੈਂਟ ਟੌਪਿਕ ਹੈ। ਇਹਦੇ ਨਾਲ ਰਿਲੇਟਡ ਜਿਹੜੇ ਕੁਐਸਚਨ ਨੇ ਤੁਹਾਨੂੰ ਅਕਸਰ ਹੀ ਪੇਪਰਾਂ ਦੇ ਵਿੱਚ ਦੇਖਣ ਨੂੰ ਮਿਲਦੇ ਨੇ ਅਤੇ ਅੱਗੇ ਵੀ ਜਿਹੜੇ ਤੁਹਾਡੇ ਪੇਪਰ ਹੋਣੇ ਉਹਨਾਂ ਦੇ ਵਿੱਚ ਇਹ ਕੁਐਸਚਨ ਤੁਹਾਨੂੰ ਦੇਖਣ ਨੂੰ ਮਿਲਣਗੇ। ਤਾਂ ਅੱਜ ਦਾ ਜਿਹੜਾ ਆਪਣਾ ਟੌਪਿਕ ਹੈ ਉਹ ਆਪਾਂ ਸਟਾਰਟ ਕਰਦੇ ਹਾਂ ਅੱਜ ਦੀ ਪਹਿਲੀ ਸਲਾਈਡ ਤੋਂ। ਪਹਿਲੀ ਸਲਾਈਡ ਦੇ ਵਿੱਚ ਤੁਹਾਨੂੰ ਪਤਾ ਹੈ ਕਿ ਆਪਾਂ ਕਿਸੇ ਵੀ ਟੌਪਿਕ ਦਾ ਓਵਰਵਿਊ ਲੈਂਦੇ ਹਾਂ, ਤਾਂ ਪਹਿਲੀ ਸਲਾਈਡ ਦੇਖ ਕੇ ਵੀਡੀਓ ਨੂੰ ਸਕਿਪ ਨਾ ਕਰਿਆ ਕਰੋ, ਵੀਡੀਓ ਨੂੰ ਐਂਡ ਤੱਕ ਦੇਖਿਓ, ਕਿਉਂਕਿ ਜਿਹੜੇ ਆਪਣੇ ਕੁਐਸਚਨ ਹੁੰਦੇ ਨੇ ਉਹ ਸਲਾਈਡ ਤੋਂ ਬਿਲਕੁਲ ਵੱਖਰੇ ਹੁੰਦੇ ਨੇ। ਉਹਦੇ ਵਿੱਚ ਆਪਾਂ ਕਿਸੇ ਵੀ ਕੁਐਸਚਨ ਨੂੰ ਡਿਟੇਲ ਵਾਈਜ਼ ਕਵਰ ਕਰਦੇ ਹਾਂ, ਠੀਕ ਹੈ ਜੀ। ਤਾਂ ਵੀਡੀਓ ਨੂੰ ਲਾਸਟ ਤੱਕ ਦੇਖਿਓ, ਇੱਕ ਵੀ ਕੁਐਸਚਨ ਤੁਹਾਡੇ ਮਿਸ ਕਰਨ ਵਾਲਾ ਨਹੀਂ ਹੈ। ਤਾਂ ਪਾਰਲੀਮੈਂਟ ਦੇ ਨਾਲ ਜਿਹੜਾ ਮੈਂ ਪਹਿਲਾ ਪੁਆਇੰਟ ਰੱਖਿਆ ਉਹ ਹੈ ਆਰਟੀਕਲ 79। ਇਹਦਾ ਕੀ ਮਤਲਬ ਹੈ ਕਿ ਤੁਹਾਨੂੰ ਕੁਐਸਚਨ ਆ ਜਾਂਦਾ ਹੈ ਕਿ ਕਿਹੜਾ ਆਰਟੀਕਲ ਆਪਣੀ ਪਾਰਲੀਮੈਂਟ ਦੇ ਨਾਲ ਸੰਬੰਧਿਤ ਹੈ। ਕਿਹੜੇ ਆਰਟੀਕਲ ਦੇ ਵਿੱਚ ਇਹ ਲਿਖਿਆ ਕਿ ਆਪਣੇ ਇੰਡੀਆ ਦੀ ਇੱਕ ਪਾਰਲੀਮੈਂਟ ਹੁੰਦੀ ਹੈ, ਤਾਂ ਉਹ ਲਿਖਿਆ ਹੈ ਆਰਟੀਕਲ 79 ਦੇ ਵਿੱਚ, ਠੀਕ ਹੈ ਜੀ। ਆਰਟੀਕਲ ਨੰਬਰ 79 ਇਹਦੇ ਵਿੱਚ ਇਹ ਲਿਖਿਆ ਹੋਇਆ ਕਿ ਆਪਣੇ ਇੰਡੀਆ ਦੀ ਇੱਕ ਪਾਰਲੀਮੈਂਟ ਹੋਊਗੀ, ਠੀਕ ਹੈ ਜੀ। ਤਾਂ ਪਾਰਲੀਮੈਂਟ ਨਾਲ ਸੰਬੰਧਿਤ ਜਿਹੜਾ ਆਰਟੀਕਲ ਹੈ ਉਹ ਆਰਟੀਕਲ 79, ਇਹ ਤੁਸੀਂ ਯਾਦ ਰੱਖਣਾ। ਅਗਲਾ ਜਿਹੜਾ ਆਪਣਾ ਪੁਆਇੰਟ ਹੈ ਉਹ ਹੈ ਕਿ ਪਾਰਲੀਮੈਂਟ ਦੇ ਅੰਗ ਕਿਹੜੇ ਕਿਹੜੇ ਹੁੰਦੇ ਨੇ, ਠੀਕ ਹੈ ਜੀ। ਤਾਂ ਪਾਰਲੀਮੈਂਟ ਕਿਹੜੀਆਂ ਕਿਹੜੀਆਂ ਬਾਡੀਜ਼ ਨੂੰ ਮਿਲਾ ਕੇ ਬਣਦੀ ਹੈ, ਤਾਂ ਉਹਦੇ ਵਿੱਚ ਰਾਜ ਸਭਾ ਹੁੰਦੀ ਹੈ, ਲੋਕ ਸਭਾ ਹੁੰਦੀ ਹੈ ਅਤੇ ਆਪਣਾ ਪ੍ਰੈਜ਼ੀਡੈਂਟ ਹੁੰਦਾ। ਇਹ ਤਿੰਨ ਬੰਦਿਆਂ ਨੂੰ ਮਿਲਾ ਕੇ, ਤਿੰਨ ਬਾਡੀਜ਼ ਨੂੰ ਮਿਲਾ ਕੇ ਜਿਹੜੀ ਆਪਣੀ ਪਾਰਲੀਮੈਂਟ ਬਣਦੀ ਹੈ। ਰਾਜ ਸਭਾ ਦਾ ਆਰਟੀਕਲ ਤੁਸੀਂ ਯਾਦ ਰੱਖਣਾ ਆਰਟੀਕਲ 80, ਇਹ ਆਰਟੀਕਲ ਪੁੱਛ ਲਏ ਜਾਂਦੇ ਨੇ। ਲੋਕ ਸਭਾ ਦਾ ਆਰਟੀਕਲ 81 ਅਤੇ ਪ੍ਰੈਜ਼ੀਡੈਂਟ ਦਾ ਆਰਟੀਕਲ ਹੈ 52, ਠੀਕ ਹੈ ਜੀ। ਤਾਂ ਇਹ ਤਿੰਨ ਬਾਡੀਜ਼ ਨੂੰ ਮਿਲਾ ਕੇ ਜਿਹੜੀ ਆਪਣੀ ਬਣਦੀ ਹੈ ਪਾਰਲੀਮੈਂਟ ਬਣਦੀ ਹੈ, ਜਿਹਨੂੰ ਆਪਾਂ ਸੰਸਦ ਕਹਿੰਦੇ ਹਾਂ ਪੰਜਾਬੀ ਦੇ ਵਿੱਚ। ਤਾਂ ਕੋਈ ਵੀ ਜਿਹੜਾ ਆਪਣਾ ਬਿੱਲ ਹੈ ਉਹ ਸਭ ਤੋਂ ਪਹਿਲਾਂ ਇਹ ਦੋ ਸਦਨਾਂ ਦੇ ਵਿੱਚ ਪਾਸ ਹੁੰਦਾ ਹੈ, ਰਾਜ ਸਭਾ ਅਤੇ ਲੋਕ ਸਭਾ ਦੇ ਵਿੱਚ। ਇਹਨਾਂ ਦੋਨਾਂ ਸਦਨਾਂ ਦੇ ਵਿੱਚੋਂ ਬਿੱਲ ਪਾਸ ਹੋ ਕੇ ਪ੍ਰੈਜ਼ੀਡੈਂਟ ਦੇ ਕੋਲ ਪਹੁੰਚਦਾ ਹੈ। ਪ੍ਰੈਜ਼ੀਡੈਂਟ ਦੇ ਸਾਈਨ ਹੋਣ ਤੋਂ ਬਾਅਦ ਉਹ ਬਿੱਲ ਹੈ ਜਿਹੜਾ ਉਹ ਕਾਨੂੰਨ ਬਣ ਜਾਂਦਾ, ਠੀਕ ਹੈ ਜੀ। ਇਹ ਤੁਸੀਂ ਯਾਦ ਰੱਖਣਾ। ਤਾਂ ਪ੍ਰੈਜ਼ੀਡੈਂਟ ਵੀ ਇਹਦੇ ਵਿੱਚ ਬਹੁਤ ਵੱਡੀ ਭੂਮਿਕਾ ਨਿਭਾਉਂਦਾ। ਅਗਲਾ ਜਿਹੜਾ ਮੈਂ ਇਹਦੇ ਵਿੱਚ ਪੁਆਇੰਟ ਰੱਖਿਆ ਉਹ ਹੈ 3 ਸੈਸ਼ਨ, ਠੀਕ ਹੈ ਜੀ। ਤਾਂ ਇਹ ਤੁਹਾਨੂੰ ਪੁੱਛ ਲਿਆ ਜਾਂਦਾ ਕਿ ਪਾਰਲੀਮੈਂਟ ਦੇ ਟੋਟਲ ਕਿੰਨੇ ਸੈਸ਼ਨ ਹੁੰਦੇ ਨੇ, ਤਾਂ ਪਾਰਲੀਮੈਂਟ ਦੇ 3 ਸੈਸ਼ਨ ਹੁੰਦੇ ਨੇ, ਬਜਟ ਸੈਸ਼ਨ, ਮੌਨਸੂਨ ਸੈਸ਼ਨ ਅਤੇ ਵਿੰਟਰ ਸੈਸ਼ਨ, ਠੀਕ ਹੈ ਜੀ। ਇਹ ਤੁਸੀਂ ਯਾਦ ਰੱਖਣਾ, ਇਹ ਕੁਐਸਚਨ ਆ ਜਾਂਦਾ ਡਾਇਰੈਕਟ ਕਿ ਕਿੰਨੇ ਸੈਸ਼ਨ ਹੁੰਦੇ ਨੇ। ਤਾਂ ਸੈਸ਼ਨਾਂ ਦੇ ਤੁਹਾਨੂੰ ਨਾਮ ਵੀ ਪਤਾ ਹੋਣੇ ਚਾਹੀਦੇ ਨੇ, ਬਜਟ ਸੈਸ਼ਨ, ਮੌਨਸੂਨ ਸੈਸ਼ਨ ਅਤੇ ਵਿੰਟਰ ਸੈਸ਼ਨ, ਠੀਕ ਹੈ ਜੀ। ਅਗਲਾ ਜਿਹੜਾ ਆਪਣਾ ਪੁਆਇੰਟ ਹੈ ਉਹ ਹੈ ਕਿ ਇਹ ਜਿਹੜੇ ਸੈਸ਼ਨ ਹੁੰਦੇ ਨੇ ਇਹਨਾਂ ਦੇ ਵਿੱਚ ਮੈਕਸੀਮਮ ਗੈਪ ਕਿੰਨਾ ਕੁ ਹੋ ਸਕਦਾ, ਠੀਕ ਹੈ, ਕਿੰਨਾ ਹੋਣਾ ਚਾਹੀਦਾ। ਤਾਂ ਜਿਹੜਾ ਮੈਕਸੀਮਮ ਗੈਪ ਹੈ ਉਹ 6 ਮਹੀਨਿਆਂ ਦਾ ਹੋ ਸਕਦਾ, 6 ਮਹੀਨਿਆਂ ਤੋਂ ਜ਼ਿਆਦਾ ਨਹੀਂ ਹੋ ਸਕਦਾ। 6 ਮਹੀਨਿਆਂ ਤੋਂ ਪਹਿਲਾਂ ਪਹਿਲਾਂ ਆਪਾਂ ਨੂੰ ਸੈਸ਼ਨ ਬੁਲਾਉਣਾ ਹੀ ਪਵੇਗਾ, ਠੀਕ ਹੈ ਜੀ। ਤਾਂ ਇਹ ਤੁਹਾਨੂੰ ਪੁੱਛ ਲਿਆ ਜਾਂਦਾ, ਇਹ ਕੁਐਸਚਨ ਬਹੁਤ ਵਾਰ ਆਇਆ ਹੋਇਆ ਕਿ ਗੈਪ ਕਿੰਨਾ ਹੋਣਾ ਚਾਹੀਦਾ, ਤਾਂ 6 ਮਹੀਨਿਆਂ ਦਾ, ਠੀਕ ਹੈ ਜੀ। ਅਗਲੇ ਜਿਹੜੇ ਦੀਆਂ ਦੋ ਟਰਮਸ ਨੇ, ਇੱਕ ਹੈ ਸਮਨਿੰਗ, ਇੱਕ ਹੈ ਪ੍ਰੋਰੋਗੇਸ਼ਨ, ਠੀਕ ਹੈ ਜੀ। ਤਾਂ ਇਹਦੀਆਂ ਟਰਮਸ ਥੋੜ੍ਹੀਆਂ ਡਿਫੀਕਲਟ ਹੁੰਦੀਆਂ ਨੇ ਯਾਦ ਕਰਨੀਆਂ। ਤਾਂ ਸਮਨਿੰਗ ਦਾ ਮਤਲਬ ਹੁੰਦਾ ਕਾਲ ਕਰਨਾ, ਯਾਨੀ ਕਿ ਬੁਲਾਉਣਾ, ਠੀਕ ਹੈ ਜੀ। ਤਾਂ ਸਮਨਿੰਗ ਕੌਣ ਕਰਦਾ ਹੈ ਪਾਰਲੀਮੈਂਟ ਦੀ, ਉਹ ਕਰਦਾ ਪ੍ਰੈਜ਼ੀਡੈਂਟ। ਅਤੇ ਪ੍ਰੋਰੋਗੇਸ਼ਨ ਹੁੰਦਾ ਹੈ ਸੈਸ਼ਨ ਦਾ ਐਂਡ ਕਰਨਾ, ਉਹ ਕੌਣ ਕਰਦਾ, ਉਹ ਵੀ ਪ੍ਰੈਜ਼ੀਡੈਂਟ ਕਰਦਾ। ਇਹ ਤੁਸੀਂ ਯਾਦ ਰੱਖਣਾ। ਇਹ ਦੋ ਟਰਮਸ ਤੁਹਾਨੂੰ ਕੁਐਸਚਨਾਂ ਦੇ ਵਿੱਚ ਡਾਇਰੈਕਟ ਪੁੱਛ ਲਈਆਂ ਜਾਂਦੀਆਂ ਕਿ ਸਮਨਿੰਗ ਅਤੇ ਪ੍ਰੋਰੋਗੇਸ਼ਨ ਕੌਣ ਕਰਦਾ, ਉਹ ਕਰਦਾ ਆਪਣਾ ਪ੍ਰੈਜ਼ੀਡੈਂਟ। ਇਹ ਤੁਸੀਂ ਯਾਦ ਰੱਖਣਾ। ਅਗਲੀ ਜਿਹੜੀ ਇਹਦੀ ਟਰਮ ਹੈ ਉਹ ਹੈ ਕੋਰਮ। ਕੋਰਮ ਦਾ ਕੀ ਮਤਲਬ ਹੁੰਦਾ, ਜੇਕਰ ਤੁਹਾਨੂੰ ਕੋਰਮ ਡਾਇਰੈਕਟ ਪੁੱਛ ਲਿਆ ਜਾਵੇ ਕਿ ਕੋਰਮ ਕੀ ਹੁੰਦਾ, ਕੋਰਮ ਦਾ ਮਤਲਬ ਹੁੰਦਾ ਮਿਨੀਮਮ ਮੈਂਬਰ ਰਿਕੁਆਇਰਡ। ਮਤਲਬ ਜੇ ਆਪਾਂ ਸੰਸਦ ਦਾ ਸੈਸ਼ਨ ਸਟਾਰਟ ਕਰਨਾ, ਚਲਾਉਣਾ ਹੈ, ਤਾਂ ਉਹਦੇ ਵਿੱਚ ਆਪਣੇ 1/10 ਮੈਂਬਰ ਹੋਣੇ ਜ਼ਰੂਰੀ ਨੇ। ਉਸ ਤੋਂ ਬਿਨਾਂ ਜਿਹੜਾ ਸੈਸ਼ਨ ਹੈ ਉਹ ਸਟਾਰਟ ਨਹੀਂ ਹੋ ਸਕਦਾ, ਠੀਕ ਹੈ ਜੀ। 1/10 ਮੈਂਬਰ ਹੈ ਜਿਹੜੇ ਉਹ ਹੋਣੇ ਜ਼ਰੂਰੀ ਨੇ, ਬੇਸ਼ੱਕ ਉਹ ਲੋਕ ਸਭਾ ਦਾ ਸੈਸ਼ਨ ਹੈ, ਬੇਸ਼ੱਕ ਰਾਜ ਸਭਾ ਦਾ ਸੈਸ਼ਨ ਹੈ, ਠੀਕ ਹੈ ਜੀ। ਤਾਂ ਕੋਰਮ ਦਾ ਮਤਲਬ ਇਹ ਹੁੰਦਾ ਕਿ ਕਿਸੇ ਵੀ ਸੈਸ਼ਨ ਨੂੰ ਸਟਾਰਟ ਕਰਨ ਦੇ ਲਈ 1/10 ਮੈਂਬਰਾਂ ਦਾ ਹੋਣਾ ਬਹੁਤ ਜ਼ਰੂਰੀ ਹੈ, ਠੀਕ ਹੈ ਜੀ। ਇਹ ਤੁਸੀਂ ਟਰਮਸ ਹੈ ਇਹ ਯਾਦ ਕਰ ਲਿਓ, ਇਹ ਕਿਉਂਕਿ ਤੁਹਾਨੂੰ ਡਾਇਰੈਕਟ ਪੁੱਛ ਲਈਆਂ ਜਾਂਦੀਆਂ ਪਾਰਲੀਮੈਂਟ ਦੇ ਵਿੱਚੋਂ, ਠੀਕ ਹੈ ਜੀ। ਇਹ ਤੁਸੀਂ ਚੰਗੀ ਤਰ੍ਹਾਂ ਯਾਦ ਕਰ ਲੈਣਾ। ਤਾਂ ਸਟਾਰਟ ਕਰਦੇ ਹਾਂ ਆਪਣੇ ਪਹਿਲੇ ਕੁਐਸਚਨ ਤੋਂ ਸੈਸ਼ਨ। ਪਹਿਲਾ ਜਿਹੜਾ ਆਪਣਾ ਕੁਐਸਚਨ ਹੈ ਉਹ ਇਹਨਾਂ ਵਿੱਚੋਂ
ਹਾਈ ਕੋਰਟ ਦੇ ਜੱਜਾਂ ਦੀ ਤਨਖਾਹ ਘਟਾ ਜਾਂ ਵਧਾ ਸਕਦਾ ਹੈ? ਕੌਣ ਵਧਾ ਸਕਦਾ ਹੈ? ਠੀਕ ਹੈ ਜੀ। ਵਿਚ ਆਫ ਦੀ ਫੋਲੋਇੰਗ ਕੈਨ ਇਨਕਰੀਜ਼ ਔਰ ਡਿਕਰੀਜ਼ ਦੀ ਸੈਲਰੀ ਆਫ ਹਾਈ ਕੋਰਟ ਜੱਜਸ। ਠੀਕ ਹੈ, ਇਹ ਕੁਐਸਚਨ ਬਹੁਤ ਵਾਰ ਪੇਪਰਾਂ ਦੇ ਵਿੱਚ ਰਿਪੀਟ ਹੋਇਆ ਕੁਐਸਚਨ ਹੈ। ਠੀਕ ਹੈ ਜੀ। ਰਾਸ਼ਟਰਪਤੀ, ਪਾਰਲੀਮੈਂਟ, ਹਾਈ ਕੋਰਟ ਜਾਂ ਸੁਪਰੀਮ ਕੋਰਟ। ਆਪਸ਼ਨ ਵੀ ਤੁਹਾਨੂੰ ਇਸ ਤਰ੍ਹਾਂ ਦੇ ਸੈੱਟ ਕਰ ਦਿੱਤੇ ਜਾਂਦੇ ਨੇ। ਠੀਕ ਹੈ ਜੀ। ਕਨਫਿਊਜ਼ਿੰਗ। ਤਾਂ ਇਸ ਕੁਐਸਚਨ ਦਾ ਜਿਹੜਾ ਆਨਸਰ ਹੈ, ਆਨਸਰ ਨੰਬਰ 2 ਪਾਰਲੀਮੈਂਟ ਹੈ ਜਿਹੜੀ, ਉਹ ਸਿਰਫ ਉਹੀ ਆਪਣੇ ਜਿਹੜੀ ਜੱਜਾਂ ਦੀ ਤਨਖਾਹ ਹੁੰਦੀ ਹੈ ਉਹ ਘਟਾ ਜਾਂ ਵਧਾ ਸਕਦੀ ਹੈ, ਪਾਰਲੀਮੈਂਟ। ਇਹ ਤੁਸੀਂ ਯਾਦ ਰੱਖਣਾ। ਠੀਕ ਹੈ ਜੀ। ਅਗਲਾ ਜਿਹੜਾ ਆਪਣਾ ਕੁਐਸਚਨ ਹੈ ਉਹ ਹੈ ਐਡਜਰਨਮੈਂਟ ਸਾਈਨ ਡਾਈ ਦਾ ਕੀ ਮਤਲਬ ਹੈ? ਠੀਕ ਹੈ ਜੀ। ਤਾਂ ਜਿਹੜੇ ਆਪਣੇ ਕੁਐਸਚਨ ਹੈ ਉਹ ਐਂਡ ਤੱਕ ਅਟੈਂਪਟ ਕਰਿਆ ਕਰੋ। ਠੀਕ ਹੈ ਜੀ। ਕਿਉਂਕਿ ਕੁਐਸਚਨ ਆਪਣੀ ਸਲਾਈਡ ਤੋਂ ਹਟ ਕੇ ਹੁੰਦੇ ਨੇ, ਇਹਦੇ ਵਿੱਚ ਬਹੁਤ ਇੰਪੋਰਟੈਂਟ ਚੀਜ਼ਾਂ ਹੁੰਦੀਆਂ ਨੇ, ਤਾਂ ਕੁਐਸਚਨ ਤੁਸੀਂ ਮਿਸ ਨਾ ਕਰਿਆ ਕਰੋ ਇੱਕ ਵੀ। ਐਡਜਰਨਮੈਂਟ ਸਾਈਨ ਡਾਈ ਦਾ ਕੀ ਮਤਲਬ ਹੁੰਦਾ? ਇਹ ਇੱਕ ਟਰਮ ਹੁੰਦੀ ਹੈ ਪਾਰਲੀਮੈਂਟ ਦੀ। ਠੀਕ ਹੈ, ਇਹ ਇੱਕ ਲੈਂਗੁਏਜ ਹੈ ਜੁਡੀਸ਼ਰੀ ਦੀ। ਠੀਕ ਹੈ, ਇਹ ਤੁਹਾਨੂੰ ਪਤਾ ਹੋਣੀਆਂ ਚਾਹੀਦੀਆਂ। ਇਹ ਟਰਮਸ ਤੁਹਾਨੂੰ ਆ ਸਕਦੀਆਂ ਨੇ ਪੇਪਰ ਦੇ ਵਿੱਚ ਜੇ ਪਾਰਲੀਮੈਂਟ 'ਚੋਂ ਕੁਐਸਚਨ ਆਏ। ਵਾਟ ਇਜ਼ ਦੀ ਮੀਨਿੰਗ ਆਫ ਐਡਜਰਨਮੈਂਟ ਸਾਈਨ ਡਾਈ? ਤਾਂ ਉਹ ਨਹੀਂ ਮਤਲਬ ਤੁਸੀਂ ਜੱਜ ਵੀ ਸੁਣਿਆ ਹੋਊਗਾ, ਕਹਿੰਦਾ ਇਹ ਮਤਲਬ ਕੋਰਟ ਇਜ਼ ਅਡਜਰਨਡ। ਠੀਕ ਹੈ ਜੀ। ਅਡਜਰਨ ਦਾ ਕੀ ਮਤਲਬ ਹੁੰਦਾ? ਅਡਜਰਨ ਦਾ ਮਤਲਬ ਹੁੰਦਾ ਸਸਪੈਂਡ ਕਰਨਾ। ਮਤਲਬ ਜਿਹੜਾ ਉਹ ਸੈਸ਼ਨ ਚੱਲ ਰਿਹਾ ਉਹਨੂੰ ਕੁਛ ਟਾਈਮ ਲਈ ਰੋਕ ਦੇਣਾ, ਮਤਲਬ ਉਹਨੂੰ ਅੱਗੇ ਪਾ ਦੇਣਾ, ਜਿਹਨੂੰ ਆਪਾਂ ਕਹਿ ਦਿੰਦੇ ਹਾਂ। ਠੀਕ ਹੈ, ਅਡਜਰਨਮੈਂਟ ਦਾ ਮਤਲਬ ਉਹ ਹੁੰਦਾ। ਤਾਂ ਇਹਦਾ ਮਤਲਬ ਕੀ ਹੁੰਦਾ? ਸਾਈਨ ਡਾਈ ਦਾ ਕੀ ਮਤਲਬ ਹੁੰਦਾ? ਅਡਜਰਨਮੈਂਟ ਸਾਈਨ ਡਾਈ, ਸੈਸ਼ਨ ਨੂੰ 1 ਮਹੀਨੇ ਲਈ ਰੱਦ ਕਰਨਾ, ਸੈਸ਼ਨ ਨੂੰ 1 ਸਾਲ ਲਈ ਰੱਦ ਕਰਨਾ, ਸੈਸ਼ਨ ਨੂੰ ਅਣਮਿੱਥੇ ਸਮੇਂ ਲਈ ਰੱਦ ਕਰਨਾ, ਮਤਲਬ ਕੋਈ ਉਹਦੀ ਡੇਟ ਨਾ ਦੇਣਾ। ਠੀਕ ਹੈ, ਤਾਂ ਇਨਡੈਫੀਨਿਟ ਪੀਰੀਅਡ ਜਿਹਨੂੰ ਆਪਾਂ ਕਹਿੰਦੇ ਹਾਂ ਉਹਦੇ ਲਈ ਰੱਦ ਕਰ ਦੇਣਾ, ਜਾਂ ਸੈਸ਼ਨ ਨੂੰ ਬੁਲਾਉਣਾ। ਤਾਂ ਐਡਜਰਨਮੈਂਟ ਬੁਲਾਉਣਾ ਤਾਂ ਇਹ ਆ ਹੀ ਨਹੀਂ ਸਕਦਾ, ਇਹ ਆਪਾਂ ਨੂੰ ਪਤਾ। ਠੀਕ ਹੈ, ਐਡਜਰਨਮੈਂਟ ਦਾ ਮਤਲਬ ਹੁੰਦਾ ਰੋਕ ਦੇਣਾ। ਠੀਕ ਹੈ ਜੀ। ਤਾਂ ਇਸ ਕੁਐਸਚਨ ਦਾ ਜਿਹੜਾ ਆਨਸਰ ਹੈ, ਆਨਸਰ ਨੰਬਰ 3 ਸੈਸ਼ਨ ਨੂੰ ਅਣਮਿੱਥੇ ਸਮੇਂ ਲਈ ਰੱਦ ਕਰਨਾ, ਇਨਡੈਫੀਨਿਟ ਪੀਰੀਅਡ ਲਈ ਸੈਸ਼ਨ ਨੂੰ ਜਿਹੜਾ ਉਹ ਰੱਦ ਕਰ ਦੇਣਾ। ਠੀਕ ਹੈ, ਤਾਂ ਜੇ ਸਿਰਫ ਤੁਹਾਨੂੰ ਇਕੱਲਾ ਐਡਜਰਨਮੈਂਟ ਆ ਜੇ ਤਾਂ ਉਹਦਾ ਕੀ ਮਤਲਬ ਹੁੰਦਾ? ਸੈਸ਼ਨ ਵਿਲ ਟਰਮੀਨੇਟ ਫॉर ਸਪੈਸੀਫਿਕ ਪੀਰੀਅਡ। ਠੀਕ ਹੈ ਜੀ। ਇਕੱਲਾ ਐਡਜਰਨਮੈਂਟ ਆ ਜੇ ਤਾਂ ਉਹਦਾ ਮਤਲਬ ਹੁੰਦਾ ਕਿ ਸੈਸ਼ਨ ਨੂੰ ਤੁਹਾਨੂੰ ਇੱਕ ਟਾਈਮ ਦੇ ਦੇਣਗੇ ਕਿ ਇਹਨੂੰ 1 ਹਫ਼ਤੇ ਲਈ ਰੱਦ ਕੀਤਾ ਜਾਂ 1 ਮਹੀਨੇ ਲਈ ਰੱਦ ਕੀਤਾ। ਠੀਕ ਹੈ, ਸਪੈਸੀਫਿਕ ਤੁਹਾਨੂੰ ਇੱਕ ਡੇਟ ਦੇ ਦੇਣਗੇ, ਉਹ ਐਡਜਰਨਮੈਂਟ ਦੇ ਵਿੱਚ ਦਿੱਤੀ ਜਾਂਦੀ ਹੈ। ਜੇਕਰ ਤੁਹਾਨੂੰ ਆ ਜੇ ਕਿ ਐਡਜਰਨਮੈਂਟ ਸਾਈਨ ਡਾਈ ਦਾ ਕੀ ਮਤਲਬ ਹੈ, ਤਾਂ ਸਾਈਨ ਡਾਈ ਦਾ ਮਤਲਬ ਹੈ ਕਿ ਸੈਸ਼ਨ ਨੂੰ ਅਣਮਿੱਥੇ ਸਮੇਂ ਲਈ ਰੱਦ ਕਰਨਾ, ਇਨਡੈਫੀਨਿਟ ਪੀਰੀਅਡ, ਤੁਹਾਨੂੰ ਕੋਈ ਡੇਟ ਕੋਈ ਟਾਈਮ ਨਹੀਂ ਦਿੱਤਾ ਜਾਊਗਾ। ਠੀਕ ਹੈ ਜੀ। ਤਾਂ ਇਹ ਕੁਐਸਚਨ ਨੂੰ ਤੁਸੀਂ ਚੰਗੀ ਤਰ੍ਹਾਂ ਯਾਦ ਕਰ ਲੈਣਾ, ਇਹ ਤੁਹਾਨੂੰ ਦੇਖਣ ਨੂੰ ਮਿਲ ਸਕਦਾ ਪੇਪਰਾਂ ਦੇ ਵਿੱਚ, ਕਿਉਂਕਿ ਜਿਹੜਾ ਆਪਣੇ ਹੁਣ GK ਆ ਰਹੀ ਹੈ ਉਹ ਬਹੁਤ ਮੋਡਰੇਟ ਆ ਰਹੀ ਹੈ। ਠੀਕ ਹੈ, ਬਹੁਤ ਡੀਪਲੀ ਉਹ ਪਾ ਰਹੇ ਨੇ। ਠੀਕ ਹੈ ਜੀ। ਅਗਲਾ ਜਿਹੜਾ ਆਪਣਾ ਕੁਐਸਚਨ ਹੈ, ਸੰਸਦ ਦੇ 2 ਸੈਸ਼ਨ ਵਿਚਕਾਰ ਘੱਟੋ ਘੱਟ ਕਿੰਨਾ ਵਕਫਾ ਹੋਣਾ ਚਾਹੀਦਾ ਹੈ? ਵਟ ਸ਼ੁੱਡ ਬੀ ਦੀ ਮਿਨੀਮਮ ਗੈਪ ਬਿਟਵੀਨ 2 ਸੈਸ਼ਨ ਆਫ ਪਾਰਲੀਮੈਂਟ? ਇਹ ਤੁਹਾਨੂੰ ਕੁਐਸਚਨ ਹੈ ਜਿਹੜਾ ਉਹ ਤੁਸੀਂ ਦੇਖਿਆ ਹੋਣਾ, ਬਹੁਤ ਪੇਪਰਾਂ ਦੇ ਵਿੱਚ ਇਹ ਪੁੱਛਿਆ ਗਿਆ ਕੁਐਸਚਨ ਹੈ। ਠੀਕ ਹੈ, 1 ਸਾਲ, 2 ਸਾਲ, 6 ਮਹੀਨੇ ਜਾਂ 4 ਮਹੀਨੇ, ਤਾਂ ਇਹ ਆਪਾਂ ਪਿੱਛੇ ਕਰਕੇ ਗਏ ਹਾਂ। ਤਾਂ ਇਹਦਾ ਜਿਹੜਾ ਆਨਸਰ ਹੈ ਉਹ 6 ਮਹੀਨੇ। ਠੀਕ ਹੈ, ਮੈਕਸਿਮਮ ਗੈਪ ਹੈ ਜਿਹੜਾ ਉਹ ਹੋਣਾ ਚਾਹੀਦਾ 6 ਮਹੀਨਿਆਂ ਦਾ, ਇਹ ਤੁਸੀਂ ਯਾਦ ਰੱਖਣਾ। ਅਗਲਾ ਜਿਹੜਾ ਆਪਣਾ ਕੁਐਸਚਨ ਹੈ, ਇਹਨਾਂ ਵਿੱਚੋਂ ਕਿਹੜੀ ਸਭ ਤੋਂ ਵੱਡੀ ਸੰਸਦੀ ਕਮੇਟੀ ਹੈ? ਹਾਂ, ਕਮੇਟੀਜ਼ ਦੇ ਵਿੱਚੋਂ ਕੁਐਸਚਨ ਤੁਹਾਨੂੰ ਆ ਜਾਂਦੇ ਆ। ਤਾਂ ਇਹ ਕੁਐਸਚਨ ਤੁਹਾਨੂੰ ਮੈਂ ਸਿਰਫ ਉਹ ਕੁਐਸਚਨ ਹੀ ਕਰਾਉਣੇ ਆ ਜਿਹੜੇ ਤੁਹਾਨੂੰ ਪੇਪਰਾਂ ਦੇ ਵਿੱਚ ਪੁੱਛੇ ਜਾਣਗੇ। ਠੀਕ ਹੈ, ਫਾਲਤੂ ਕੁਐਸਚਨ ਨਹੀਂ ਕਰਾਉਣਾ। ਵੈਸੇ ਤਾਂ ਜੇ ਆਪਾਂ ਪਾਰਲੀਮੈਂਟ ਨੂੰ ਆਪਾਂ ਕਰਨ ਲੱਗੀਏ ਤਾਂ ਬਹੁਤ ਇਹ ਲੈਂਥੀ ਹੋ ਸਕਦਾ ਇਹ ਜਿਹੜਾ ਟੌਪਿਕ ਹੈ, ਜੇ ਆਪਾਂ ਬਹੁਤ ਡਿਟੇਲ ਦੇ ਵਿੱਚ ਕਰਨਾ ਹੈ, ਕਿਉਂਕਿ ਆਪਾਂ ਕੋਈ ਜੁਡੀਸ਼ਰੀ ਦਾ ਐਗਜ਼ਾਮ ਨਹੀਂ ਦੇਣਾ, ਆਪਾਂ ਸਿਰਫ ਜਰਨਲ ਐਗਜ਼ਾਮ ਦੇਣੇ ਆ। ਇਸ ਲਈ ਆਪਾਂ ਉਨਾ ਕੀ ਪੜ੍ਹੀਏ ਜਿੰਨਾ ਕੁ ਆਪਾਂ ਨੂੰ ਲੋੜ ਹੈ। ਠੀਕ ਹੈ ਜੀ। ਤਾਂ ਵਿਚ ਆਫ ਦੀ ਫੋਲੋਇੰਗ ਇਜ਼ ਦੀ ਲਾਰਜੈਸਟ ਪਾਰਲੀਮੈਂਟਰੀ ਕਮੇਟੀ? ਪਬਲਿਕ ਅਕਾਊਂਟ ਕਮੇਟੀ, ਐਸਟੀਮੇਟ ਕਮੇਟੀ, ਪਬਲਿਕ ਅੰਡਰਟੇਕਿੰਗ ਕਮੇਟੀ, ਜਾਂ ਆਲ ਆਫ ਦੀ ਅਬਵ? ਤਾਂ ਇਹ ਕਮੇਟੀਜ਼ ਬਹੁਤ ਇੰਪੋਰਟੈਂਟ ਨੇ। ਠੀਕ ਹੈ, ਇਹਨਾਂ ਬਾਰੇ ਆਪਾਂ ਇੱਕ ਸਪੈਸ਼ਲ ਕਲਾਸ ਵੀ ਤੁਹਾਨੂੰ ਕਰਵਾ ਦਾਂਗੇ। ਠੀਕ ਹੈ, ਤਾਂ ਬਟ ਹੁਣ ਆਪਾਂ ਪਾਰਲੀਮੈਂਟ ਦੇ ਪੁਆਇੰਟ ਆਫ ਵਿਊ ਨਾਲ ਪੜ੍ਹ ਰਹੇ ਹਾਂ। ਤਾਂ ਇਸ ਕੁਐਸਚਨ ਦਾ ਜਿਹੜਾ ਆਨਸਰ ਹੈ, ਆਨਸਰ ਨੰਬਰ 2 ਐਸਟੀਮੇਟ ਕਮੇਟੀ ਹੈ ਜਿਹੜੀ ਇਹ ਸਭ ਤੋਂ ਵੱਡੀ ਕਮੇਟੀ ਹੈ। ਠੀਕ ਹੈ, ਇਹ ਤੁਸੀਂ ਯਾਦ ਰੱਖਣਾ। ਜੇ ਤੁਹਾਨੂੰ ਇਹ ਆ ਜੇ ਕਿ ਇਹਨਾਂ ਵਿੱਚੋਂ ਕਿਹੜੀ ਕਮੇਟੀ, ਇਹੀ ਪੁੱਛਿਆ ਗਿਆ ਆਪਾਂ ਨੂੰ ਕਿ ਲਾਰਜੈਸਟ ਕਮੇਟੀ ਕਿਹੜੀ ਹੈ, ਤਾਂ ਐਸਟੀਮੇਟ ਕਮੇਟੀ ਆਪਣੀ ਲਾਰਜੈਸਟ ਕਮੇਟੀ ਹੈ। ਇਹਦੇ ਵਿੱਚ ਕਿੰਨੇ ਮੈਂਬਰ ਹੁੰਦੇ ਨੇ? 30 ਮੈਂਬਰ ਹੁੰਦੇ ਨੇ, ਅਤੇ 30 ਦੇ 30 ਮੈਂਬਰ ਕਿੱਥੋਂ ਹੁੰਦੇ ਨੇ? ਲੋਕ ਸਭਾ ਦੇ ਹੁੰਦੇ ਨੇ, ਇਹ ਤੁਸੀਂ ਯਾਦ ਰੱਖਣਾ। ਠੀਕ ਹੈ ਜੀ, ਬਹੁਤ ਇੰਪੋਰਟੈਂਟ ਹੈ। ਅਗਲਾ ਜਿਹੜਾ ਆਪਣਾ ਕੁਐਸਚਨ ਹੈ, ਇਹਨਾਂ ਵਿੱਚੋਂ ਕਿਹੜੇ ਪ੍ਰਸ਼ਨ ਲਿਖਤੀ ਉੱਤਰ ਮੰਗਦੇ ਨੇ? ਤਾਂ ਇਹਦੇ ਵਿੱਚ ਤੁਹਾਨੂੰ ਪਤਾ ਹੈ ਕਿ ਜਦੋਂ ਪਾਰਲੀਮੈਂਟ ਦੇ ਸੈਸ਼ਨ ਹੁੰਦੇ ਨੇ ਉਹਦੇ ਵਿੱਚ ਕੁਐਸਚਨ ਪੁੱਛੇ ਜਾਂਦੇ ਨੇ, ਤਾਂ ਇਹ ਅਲੱਗ-ਅਲੱਗ ਟਾਈਪ ਦੇ ਕੁਐਸਚਨ ਹੁੰਦੇ ਨੇ। ਇਹ ਮੈਂ ਤੁਹਾਨੂੰ ਅਗਲੀ ਸਲਾਈਡ ਦੇ ਵਿੱਚ ਡਿਟੇਲ ਦੇ ਵਿੱਚ ਕਰਵਾਏ ਹੋਏ ਨੇ। ਵਿਚ ਆਫ ਦੀ ਫੋਲੋਇੰਗ ਕੁਐਸਚਨ ਆਰ ਡਿਜ਼ਾਇਰ ਟੂ ਰਿਟਨ ਆਨਸਰ? ਸਟਾਰਟਡ ਕੁਐਸਚਨ, ਅਨਸਟਾਰਟਡ, ਸ਼ਾਰਟ ਨੋਟਸ ਕੁਐਸਚਨ, ਤਾਂ ਜਾਂ ਆਲ ਆਫ ਦੀ ਅਬਵ? ਤਾਂ ਇਸ ਕੁਐਸਚਨ ਦਾ ਜਿਹੜਾ ਆਨਸਰ ਹੈ, ਆਨਸਰ ਨੰਬਰ 2 ਜਿਹੜੇ ਅਨਸਟਾਰਟਡ ਕੁਐਸਚਨ ਹੁੰਦੇ ਨੇ ਇਹ ਆਪਾਂ ਨੂੰ ਇੱਕ ਲਿਖਤੀ ਉੱਤਰ ਮੰਗਦੇ ਨੇ। ਠੀਕ ਹੈ ਜੀ, ਇਹਦੇ ਵਿੱਚ ਆਪਾਂ ਨੂੰ ਲਿਖ ਕੇ ਦੇਣਾ ਪੈਂਦਾ। ਠੀਕ ਹੈ, ਰਿਟਨ ਆਨਸਰ ਮੰਗਦੇ ਨੇ, ਅਤੇ ਤੁਹਾਨੂੰ ਪਤਾ ਹੋਣਾ ਚਾਹੀਦਾ। ਤਾਂ ਅੱਗੇ ਮੈਂ ਇਹ ਕੁਐਸਚਨ ਤੁਹਾਨੂੰ ਡਿਟੇਲ ਦੇ ਵਿੱਚ ਕਰਵਾਏ ਹੋਏ ਨੇ। ਸਭ ਤੋਂ ਪਹਿਲਾਂ ਕਿਹੜਾ ਆਪਣਾ ਆਵਰ ਹੁੰਦਾ? ਕੁਐਸਚਨ ਆਵਰ ਹੁੰਦਾ। 3 ਟਾਈਪ ਦੇ ਕੁਐਸਚਨ ਪੁੱਛੇ ਜਾਂਦੇ ਨੇ। ਸਭ ਤੋਂ ਪਹਿਲਾਂ ਤਾਂ ਸਟਾਰਟਡ ਕੁਐਸਚਨ, ਜੇ ਤੁਹਾਨੂੰ ਅੱਜ ਸਟਾਰਟਡ ਕੁਐਸਚਨ ਕੀ ਮੰਗਦੇ ਨੇ ਤਾਂ ਉਹ ਔਰਲ ਆਨਸਰ ਮੰਗਦੇ ਨੇ। ਠੀਕ ਹੈ, ਜ਼ਬਾਨੀ ਆਨਸਰ ਮੰਗਦੇ ਨੇ। ਜਿਹੜੇ ਅਨਸਟਾਰਟਡ ਹੁੰਦੇ ਨੇ ਇਹ ਰਿਟਨ ਆਨਸਰ ਮੰਗਦੇ ਨੇ, ਆਪਾਂ ਨੂੰ ਲਿਖ ਕੇ ਦੇਣਾ ਪੈਂਦਾ। ਠੀਕ ਹੈ, ਜਿਹੜੇ ਆਪਣਾ ਸੈਸ਼ਨ ਨਹੀਂ ਚੱਲਦੇ, ਸੈਸ਼ਨ ਦੇ ਵਿੱਚ ਉਹ ਸਵਾਲ ਜਵਾਬ ਕਰਦੇ ਨੇ, ਤਾਂ ਇਹ ਟਾਈਪ ਦੇ ਕੁਐਸਚਨ ਹੁੰਦੇ ਨੇ, 3 ਟਾਈਪ ਦੇ। ਜਿਹੜੇ ਸ਼ਾਰਟ ਨੋਟਸ ਕੁਐਸਚਨ ਹੁੰਦੇ ਨੇ ਤਾਂ ਆਸਕਡ ਬਾਈ 10 days
ਪ੍ਰਾਇਰ ਨੋਟਸ, ਹਾਂ ਜੇ ਮੰਨ ਲਓ ਤੁਸੀਂ ਸ਼ਾਰਟ ਨੋਟਸ ਕੁਐਸਚਨ ਪੁੱਛਣੇ ਆ ਤਾਂ ਉਹਦੇ ਲਈ ਤੁਹਾਨੂੰ 10 ਦਿਨ ਪਹਿਲਾਂ ਪਾਰਲੀਮੈਂਟ ਨੂੰ ਇੱਕ ਨੋਟਸ ਦੇਣਾ ਪਊਗਾ ਤਾਂ ਤੁਸੀਂ ਉਹ ਪੁੱਛ ਸਕਦੇ ਹੋ, ਠੀਕ ਹੈ। ਤਾਂ 10 ਡੇਜ਼ ਮਤਲਬ ਪ੍ਰਾਇਰ ਨੋਟਸ ਪਾਰਲੀਮੈਂਟ ਨੂੰ ਦੇਣਾ ਪਊਗਾ ਸ਼ਾਰਟ ਨੋਟਸ ਕੁਐਸਚਨ ਲਈ, ਠੀਕ ਹੈ। ਤੁਸੀਂ ਯਾਦ ਰੱਖਣਾ। ਅਗਲਾ ਜਿਹੜਾ ਆਪਣਾ ਹੁੰਦਾ 0 ਆਵਰ, 0 ਆਵਰ ਜਿਹੜਾ ਹੁੰਦਾ ਇਹਦੇ ਵਿੱਚੋਂ ਵੀ ਤੁਹਾਨੂੰ ਡਾਇਰੈਕਟ ਕੁਐਸਚਨ ਆ ਜਾਂਦਾ ਕਿ 0 ਆਵਰ ਦੇ ਵਿੱਚ ਹੁੰਦਾ ਕੀ ਹੈ। ਤਾਂ ਸਭ ਤੋਂ ਪਹਿਲਾਂ ਜਿਹੜਾ 0 ਆਵਰ ਹੁੰਦਾ ਇਹ ਸਟਾਰਟਡ ਇਮੀਡੀਏਟਲੀ ਆਫਟਰ ਕੁਐਸਚਨ ਆਵਰ। ਜਦੋਂ ਆਪਣਾ ਕੁਐਸਚਨ ਆਵਰ ਖਤਮ ਹੋ ਜਾਂਦਾ ਤਾਂ ਉਹ ਤੋਂ ਅਗਲਾ ਜਿਹੜਾ ਆਵਰ ਸਟਾਰਟ ਹੁੰਦਾ ਉਹ 0 ਆਵਰ ਹੀ ਹੁੰਦਾ। ਇਹ ਤੁਸੀਂ ਯਾਦ ਰੱਖਣਾ। ਇਹਦੇ ਵਿੱਚ ਰੇਜ਼ ਦੀ ਅਟੈਂਸ਼ਨ ਟੂ ਅਰਜੈਂਟ ਮੈਟਰਸ, ਠੀਕ ਹੈ। ਤਾਂ ਜਿਹੜੀ 0 ਆਵਰ ਹੁੰਦਾ ਇਹਦੇ ਵਿੱਚ ਜਿਹੜੇ ਬਹੁਤ ਜ਼ਰੂਰੀ ਗੱਲਾਂ ਹੁੰਦੀਆਂ ਉਹਦੇ ਵੱਲ ਧਿਆਨ ਦਿਵਾਇਆ ਜਾਂਦਾ, ਠੀਕ ਹੈ ਜੀ। ਤਾਂ ਇਹ ਤੁਸੀਂ ਯਾਦ ਰੱਖਣਾ 0 ਆਵਰ। ਅਗਲਾ ਜਿਹੜਾ ਆਪਣਾ ਕੁਐਸਚਨ ਹੈ ਪਾਰਲੀਮੈਂਟ ਦਾ ਸੈਸ਼ਨ ਸ਼ੁਰੂ ਕਰਨ ਲਈ 1/10 ਮੈਂਬਰ ਹੋਣਾ ਜ਼ਰੂਰੀ ਹੈ। ਇਹਨੂੰ ਕੀ ਕਿਹਾ ਜਾਂਦਾ? ਇਹ ਤੁਹਾਨੂੰ ਡਾਇਰੈਕਟ ਪੁੱਛ ਲਿਆ ਜਾ ਸਕਦਾ ਕਿ ਇਹ ਟਰਮ ਨੂੰ ਕੀ ਕਿਹਾ ਜਾ ਸਕਦਾ। 110 ਮੈਂਬਰ ਆਰ ਰਿਕੁਆਇਰਡ ਟੂ ਸਟਾਰਟਿੰਗ ਅ ਪਾਰਲੀਮੈਂਟ ਸੈਸ਼ਨ ਕਾਲਡ। ਇਹਨੂੰ ਬੋਲਿਆ ਕੀ ਜਾਂਦਾ? 1/10 ਮੈਂਬਰ। ਸਮਨਿੰਗ ਬੋਲਿਆ ਜਾਂਦਾ, ਪ੍ਰੋਰੋਗੇਸ਼ਨ ਜਾਂ ਕੋਰਮ ਜਾਂ ਆਲ ਆਫ ਦੀ ਅਬਵ। ਅਤੇ ਇਹ ਮੈਂ ਤੁਹਾਨੂੰ ਪਿੱਛੇ ਕਰਵਾ ਕੇ ਗਿਆ। ਇਹ ਟਰਮਸ ਤੁਸੀਂ ਚੰਗੀ ਤਰ੍ਹਾਂ ਰੱਟ ਲਓ, ਠੀਕ ਹੈ। ਤੁਹਾਨੂੰ ਆ ਸਕਦੀਆਂ ਨੇ ਪੇਪਰ ਦੇ ਵਿੱਚ। ਤਾਂ ਇਸ ਕੁਐਸਚਨ ਦਾ ਜਿਹੜਾ ਆਨਸਰ ਹੈ ਆਨਸਰ ਨੰਬਰ 3, ਇਹਨੂੰ ਕੋਰਮ ਕਿਹਾ ਜਾਂਦਾ। ਕੋਰਮ ਕਿਹਦੇ ਵਿੱਚ ਲਿਖਿਆ ਹੋਇਆ? ਆਰਟੀਕਲ 100 ਦੇ ਵਿੱਚ ਲਿਖਿਆ ਹੋਇਆ ਇਹ ਕਿ ਇੱਕ ਕੋਰਮ ਹੁੰਦਾ ਕਿ ਆਪਣੇ 1/10 ਮੈਂਬਰ ਹੋਣੇ ਜ਼ਰੂਰੀ ਨੇ ਕਿਸੇ ਵੀ ਸੈਸ਼ਨ ਨੂੰ ਸਟਾਰਟ ਕਰਨ ਦੇ ਲਈ, ਠੀਕ ਹੈ ਜੀ। ਬਹੁਤ ਇੰਪੋਰਟੈਂਟ ਹੈ। ਅਗਲਾ ਜਿਹੜਾ ਆਪਣਾ ਕੁਐਸਚਨ ਹੈ ਉਹ ਪਬਲਿਕ ਅਕਾਊਂਟ ਕਮੇਟੀ ਦੀ ਰਿਪੋਰਟ ਕਿਹੜੇ ਸਦਨ ਵਿੱਚ ਜਮ੍ਹਾਂ ਹੁੰਦੀ ਹੈ? ਦ ਰਿਪੋਰਟ ਆਫ ਪਬਲਿਕ ਅਕਾਊਂਟ ਕਮੇਟੀ ਇਜ਼ ਸਬਮਿਟਡ ਇਨ ਵਿਚ ਹਾਊਸ? ਲੋਕ ਸਭਾ, ਰਾਜ ਸਭਾ, ਵਿਧਾਨ ਸਭਾ ਜਾਂ ਵਿਧਾਨ ਪ੍ਰੀਸ਼ਦ? ਤਾਂ ਇਸ ਕੁਐਸਚਨ ਦਾ ਜਿਹੜਾ ਆਨਸਰ ਹੈ ਆਨਸਰ ਨੰਬਰ 1, ਲੋਕ ਸਭਾ ਦੇ ਵਿੱਚ। ਇਹ ਤੁਸੀਂ ਯਾਦ ਰੱਖਣਾ, ਠੀਕ ਹੈ। ਐਗਜ਼ੈਕਟ ਕੁਐਸਚਨ ਇਹ ਮੈਂ ਪਿਕ ਕੀਤੇ ਹੋਏ ਨੇ ਜਿਹੜੇ ਪੇਪਰਾਂ ਦੇ ਵਿੱਚ ਆਏ ਹੋਏ ਨੇ, ਠੀਕ ਹੈ। ਅਗਲਾ ਜਿਹੜਾ ਆਪਣਾ ਕੁਐਸਚਨ ਹੈ ਕਿਸੇ ਵੀ ਨਵੇਂ ਇਲਾਕੇ ਨੂੰ ਜੋੜਨਾ, ਕਿਸੇ ਰਾਜ ਨੂੰ 2 ਹਿੱਸਿਆਂ ਵਿੱਚ ਵੰਡਣਾ ਜਾਂ ਨਾਮ ਬਦਲਣ ਦੀ ਸ਼ਕਤੀ ਕਿਸ ਕੋਲ ਹੈ, ਠੀਕ ਹੈ। ਆਪਾਂ ਦੇਖਦੇ ਨਹੀਂ ਕਿ ਇਹ ਸ਼ਹਿਰ ਦਾ ਨਾਮ ਬਦਲ ਕੇ ਇਹ ਰੱਖ ਦਿੱਤਾ, ਠੀਕ ਹੈ। ਤਾਂ ਜਿਵੇਂ ਆਪਣੀ ਬੰਗਾਲ ਦਾ ਵਿਭਾਜਨ ਹੋਇਆ ਸੀ, ਠੀਕ ਹੈ। ਤਾਂ ਉਹ ਚੀਜ਼ਾਂ ਮਤਲਬ ਜੇ ਹੁਣ ਵੀ ਉਹ ਹੁੰਦੀਆਂ ਕਿਉਂਕਿ ਮਤਲਬ 2 ਰਾਜਾਂ ਨੂੰ ਜੇ ਕੋਈ ਵੱਡਾ ਰਾਜਾ ਉਹਨੂੰ ਵੰਡ ਕੇ ਉਹਦੇ 2 ਰਾਜ ਬਣਾ ਦਿੱਤੇ ਜਾਂਦੇ ਨੇ ਤਾਂ ਉਹ ਕੌਣ ਕਰਦਾ? ਇਹ ਤੁਹਾਨੂੰ ਪਤਾ ਹੋਣਾ ਚਾਹੀਦਾ। ਵਿਚ ਆਫ ਦੀ ਫੋਲੋਇੰਗ ਹੈਜ਼ ਅ ਪਾਵਰ ਟੂ ਐਡ ਅ ਨਿਊ ਸਟੇਟ, ਚੇਂਜ ਦੀ ਨੇਮ ਆਫ ਅ ਸਟੇਟ ਔਰ ਬਾਈਫਰਕੇਸ਼ਨ ਆਫ ਅ ਸਟੇਟ? ਤਾਂ ਕੌਣ ਕਰਦਾ? ਸੁਪਰੀਮ ਕੋਰਟ, ਹਾਈ ਕੋਰਟ, ਪਾਰਲੀਮੈਂਟ ਜਾਂ ਰਾਸ਼ਟਰਪਤੀ? ਤਾਂ ਇਹਦੀ ਸ਼ਕਤੀ ਸਿਰਫ ਪਾਰਲੀਮੈਂਟ ਕੋਲ ਹੈ, ਠੀਕ ਹੈ। ਸਿਰਫ ਪਾਰਲੀਮੈਂਟ ਹੀ ਕਰ ਸਕਦੀ ਹੈ ਕਿਉਂਕਿ ਇਹਦੇ ਲਈ ਆਪਾਂ ਨੂੰ ਬਿੱਲ ਪਾਸ ਕਰਨਾ ਪੈਂਦਾ, ਠੀਕ ਹੈ। ਅਤੇ ਬਿੱਲ ਉਹ ਦੋਨਾਂ ਸਦਨਾਂ ਦੇ ਵਿੱਚ ਹੀ ਪਾਸ ਹੋਣਾ, ਠੀਕ ਹੈ। ਇਹ ਕੁਐਸਚਨ ਨੂੰ ਇਸ ਤਰ੍ਹਾਂ ਯਾਦ ਕਰ ਲਓ ਕਿ ਜੇ ਆਪਾਂ ਕਰਨਾ ਨਵਾਂ ਇਲਾਕਾ ਜੋੜਨਾ ਜਾਂ ਉਹਦਾ ਨਾਮ ਬਦਲਣਾ ਤਾਂ ਉਹਦੇ ਲਈ ਆਪਾਂ ਨੂੰ ਇੱਕ ਬਿੱਲ ਪਾਸ ਕਰਨਾ ਪੈਂਦਾ ਸਿੰਪਲ ਮੈਜੋਰਟੀ ਦੇ ਨਾਲ। ਤਾਂ ਉਹ ਕਿੱਥੋਂ ਪਾਸ ਹੁੰਦਾ? ਪਾਰਲੀਮੈਂਟ 'ਚੋਂ, ਠੀਕ ਹੈ ਜੀ। ਇਹ ਤੁਸੀਂ ਯਾਦ ਰੱਖਿਓ। ਅਗਲਾ ਜਿਹੜਾ ਆਪਣਾ ਕੁਐਸਚਨ ਹੈ ਪਾਰਲੀਮੈਂਟ ਦੀ ਜੁਆਇੰਟ ਸਿਟਿੰਗ ਕੌਣ ਬੁਲਾਉਂਦਾ ਹੈ? ਆਪਾਂ ਕੁਐਸਚਨ 2-3 ਵਾਰ ਕਰ ਲਿਆ, ਠੀਕ ਹੈ। ਤਾਂ ਹੂ ਕਾਲਸ ਦੀ ਜੁਆਇੰਟ ਸਿਟਿੰਗ ਆਫ ਪਾਰਲੀਮੈਂਟ? ਤਾਂ ਇਹ ਮੈਂ ਤੁਹਾਨੂੰ ਕਰਵਾ ਕੇ ਗਿਆ। ਤਾਂ ਉਹ ਬੁਲਾਉਂਦਾ ਕੌਣ ਹੈ? ਤਾਂ ਉਹ ਪ੍ਰੈਜ਼ੀਡੈਂਟ ਬੁਲਾਉਂਦਾ। ਇਹ ਤੁਸੀਂ ਯਾਦ ਰੱਖਣਾ। ਅਤੇ ਇਹਨੂੰ ਪ੍ਰੀਜ਼ਾਈਡਸ ਕੌਣ ਕਰਦਾ? ਇਹਨੂੰ ਲੀਡ ਕੌਣ ਕਰਦਾ? ਉਹ ਕਰਦਾ ਸਪੀਕਰ ਆਫ ਲੋਕ ਸਭਾ। ਇਹ ਤੁਸੀਂ ਯਾਦ ਰੱਖਣਾ, ਠੀਕ ਹੈ ਜੀ। ਅੱਜ ਦੇ ਸੈਸ਼ਨ ਦਾ ਆਪਣਾ ਲਾਸਟ ਕੁਐਸਚਨ ਹੈ ਪਾਰਲੀਮੈਂਟ ਦੇ ਕਿੰਨੇ ਸੈਸ਼ਨ ਹੁੰਦੇ ਨੇ, ਠੀਕ ਹੈ। ਤਾਂ ਹਾਊ ਮੈਨੀ ਸੈਸ਼ਨ ਹੈਲਡ ਇਨ ਪਾਰਲੀਮੈਂਟ? ਇਹ ਤੁਹਾਨੂੰ ਡਾਇਰੈਕਟ ਵੀ ਪੁੱਛ ਲਿਆ ਜਾ ਸਕਦਾ, ਠੀਕ ਹੈ। 1, 2, 3 ਜਾਂ 4 ਤਾਂ ਆਪਾਂ ਪਿੱਛੇ ਕਰਕੇ ਗਏ ਹਾਂ। ਤਾਂ 3 ਸੈਸ਼ਨ ਹੁੰਦੇ ਨੇ ਕਿਹੜੇ? ਬਜਟ, ਮੌਨਸੂਨ ਅਤੇ ਵਿੰਟਰ ਸੈਸ਼ਨ, ਠੀਕ ਹੈ ਜੀ। ਇਹ ਤੁਸੀਂ ਯਾਦ ਰੱਖਣਾ। ਅੱਜ ਦਾ ਸੈਸ਼ਨ ਆਪਣਾ ਕੰਪਲੀਟ ਹੋ ਗਿਆ, ਠੀਕ ਹੈ ਜੀ। ਵੀਡੀਓ ਨੂੰ 2-3 ਵਾਰ ਦੇਖ ਲਓ ਕਿਉਂਕਿ ਇਹ ਜਿਹੜਾ ਟੌਪਿਕ ਹੈ ਇਹ ਬਹੁਤ ਇੰਪੋਰਟੈਂਟ ਹੈ ਤੁਹਾਡੇ ਪੇਪਰਾਂ ਦੇ ਵਿੱਚ। ਇਹਦੇ ਨਾਲ ਰਿਲੇਟਡ ਤੁਹਾਨੂੰ ਕੁਐਸਚਨ ਦੇਖਣ ਨੂੰ ਮਿਲਣਗੇ ਹੀ ਮਿਲਣਗੇ, ਠੀਕ ਹੈ ਜੀ। ਤਾਂ ਜੇ ਤੁਹਾਨੂੰ ਮੇਰੀਆਂ ਵੀਡੀਓ ਚੰਗੀਆਂ ਲੱਗਦੀਆਂ ਤਾਂ ਵੀਡੀਓਜ਼ ਨੂੰ ਲਾਈਕ ਕਰ ਦਿਆ ਕਰੋ, ਅੱਗੇ ਸ਼ੇਅਰ ਕਰ ਦਿਆ ਕਰੋ ਤਾਂ ਕਿ ਕਿਸੇ ਹੋਰ ਦਾ ਵੀ ਫਾਇਦਾ ਹੋ ਸਕੇ। ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਕਿਉਂਕਿ ਬਹੁਤ ਵਧੀਆ ਕੰਟੈਂਟ ਤੁਹਾਡੇ ਲਈ ਔਨ ਦੀ ਵੇ ਹੈ, ਠੀਕ ਹੈ ਜੀ। ਤਾਂ ਅੱਜ ਦੀ ਵੀਡੀਓ ਦੇਖਣ ਦੇ ਲਈ ਬਹੁਤ ਬਹੁਤ ਧੰਨਵਾਦ।